ਧੰਨ ਵਾਹਿਗੁਰੂ ਜੀ। ਜੈ ਜਵੰਤੀ ਮਹਲਾ ਨੌਵਾਂ। ਰੇ ਮਨ ਕੌਣ ਗਾਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ। ਸੋ ਤੋ ਨਹੀਂ ਸੁਨਿਓ ਕਾਨ, ਬਿਖਿਅਨ ਸਿਉ ਅਤ ਲੁਭਾਨ। ਮਤ ਨਾਹਿਨ ਫੇਰੀ, ਰੇ ਮਨ ਕੌਣ ਗਾਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ। ਸੋ ਤਉ ਨਹੀਂ ਸੁਨਿਓ ਕਾਨ, ਬਿਖਿਅਨ ਸਿਉ ਅਤ ਲੁਭਾਨ। ਮਤ ਨਾਹਿਨ ਫੇਰੀ ਰਹਾਉ। ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ। ਦਾਰਾ ਸੁਖ ਭਇਓ ਦੀਨ, ਪਗਉ ਪਰੀ ਬੇਰੀ। ਨਾਨਕ ਜਨ ਕਹਿ ਪੁਕਾਰ, ਸੁਪਨੈ ਜਿਉ ਜਗ ਪਸਾਰ। ਸਿਮਰਤ ਨਹਿ ਕਿਉ ਮੁਰਾਰ, ਮਾਇਆ ਜਾ ਕੀ ਚੇਰੀ। ਨਾਨਕ ਜਨ ਕਹਿ ਪੁਕਾਰ, ਸੁਪਨੈ ਜਿਉ ਜਗ ਪਸਾਰ। ਸਿਮਰਤ ਨਹਿ ਕਿਉ ਮੁਰਾਰ, ਮਾਇਆ ਜਾ ਕੀ ਚੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ, ਸਤਿਗੁਰੂ ਦੀ ਮੁਬਾਰਕ ਬਾਣੀ ਦੇ ਕੀਰਤਨ ਬੜੇ ਪ੍ਰੇਮ ਸਤਿਕਾਰ ਸਹਿਤ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਦੇ ਮੁਬਾਰਕ ਦਰਬਾਰ ਵਿੱਚ ਸੱਜ ਕੇ, ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ, ਗੁਰੂ ਕੀ ਪਾਵਨ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਆਪਣੇ ਜੀਵਨ ਦੇ ਇਸ ਸਮੇਂ ਨੂੰ ਸਫਲਾ ਅਤੇ ਸਾਰਥਕ ਬਣਾਉਣ ਦਾ ਯਤਨ ਕਰ ਰਹੇ ਹੋ। ਸਤਿਗੁਰੂ ਦੀ ਮਿਹਰ ਕਿਰਪਾ ਦੇ ਪਾਤਰ ਬਣ ਕੇ ਆਪਾਂ ਰੋਜ਼ਾਨਾ ਦੀਵਾਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਦੀ ਲੜੀਵਾਰ ਕਥਾ ਵਿਚਾਰ, ਸਤਿਗੁਰੂ ਦੇ ਉਪਦੇਸ਼ ਨੂੰ ਸਮਝਣ ਦਾ ਇਹ ਯਤਨ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਰਾਗ ਜੈ ਜਵੰਤੀ ਵਿੱਚ ਦਰਜੇ ਤੀਸਰਾ ਸ਼ਬਦ ਪਾਠ ਦੇ ਰੂਪ ਵਿੱਚ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1352 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਸਤਿਗੁਰੂ ਮਨ ਨੂੰ ਸੰਬੋਧਨ ਹੋ ਕੇ ਆਪਣੇ ਪਾਵਨ ਉਪਦੇਸ਼ ਦੀ ਆਰੰਭਤਾ ਕਰਦੇ ਹਨ ਅਤੇ ਆਖਦੇ ਹਨ, ਹੇ ਮੇਰੇ ਮਨ, ਜਿਸ ਰਾਹ ਦੇ ਉੱਤੇ ਤੂੰ ਤੁਰਿਆ ਹੋਇਆ ਹੈ, ਤੇਰੀ ਆਖਰ ਨੂੰ ਓੜਕ ਨੂੰ ਕੀ ਹਾਲਤ ਹੋਵੇਗੀ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਕਿਉਂਕਿ ਮਨੁੱਖ ਦਾ ਅੱਜ ਜਿਹੜਾ ਨਾ, ਅੱਜ ਹੁਣ ਦੇ ਪਲ ਆਉਣ ਵਾਲੇ ਪਲਾਂ ਨੂੰ ਤੈਅ ਕਰ ਦਿੰਦੇ ਹਨ।
ਸਤਿਗੁਰੂ ਦੀ ਬਾਣੀ ਨੂੰ ਵਿਚਾਰੀਏ ਤੇ ਮਹਾਰਾਜ ਦੀ ਬਾਣੀ ਵਿੱਚ ਤੁਸੀਂ ਵੇਖੋਗੇ ਸਤਿਗੁਰੂ ਨੇ ਹਲਤ ਅਤੇ ਪਲਤ, ਲੋਕ ਅਤੇ ਪ੍ਰਲੋਕ, ਈਹਾਂ ਊਹਾਂ, ਐਥੈ ਓਥੈ, ਇਹ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਿਤੇ ਵੀ ਸਤਿਗੁਰੂ ਨੇ ਪ੍ਰਲੋਕ ਸ਼ਬਦ ਲੋਕ ਤੋਂ ਪਹਿਲਾਂ ਨਹੀਂ ਲਿਖਿਆ, ਓਥੈ ਸ਼ਬਦ ਐਥੈ ਤੋਂ ਪਹਿਲੇ ਨਹੀਂ ਲਿਖਿਆ, ਊਹਾਂ ਸ਼ਬਦ ਈਹਾਂ ਤੋਂ ਪਹਿਲਾਂ ਕਿਤੇ ਨਹੀਂ ਲਿਖਿਆ। ਸਤਿਗੁਰੂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਲੋਕ ਦੀ ਗੱਲ ਹੈ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ। ਸਤਿਗੁਰੂ ਮਹਾਰਾਜ ਨੇ ਗੱਲ ਆਰੰਭ ਕੀਤੀ ਹੈ ਵੀ ਇੱਥੇ, ਜੇ ਇੱਥੇ ਸੁੱਖ ਹੈ ਤੇ ਉੱਥੇ ਸੁੱਖ ਹੈ। ਸ਼ਬਦ ਪਹਿਲਾਂ ਮਗਰ ਲਿਖਣ ਦਾ ਭਾਵ ਹੈ ਵੀ ਸਤਿਗੁਰੂ ਨੇ ਬੇਸਿਕ ਤੌਰ ਉੱਤੇ ਸਭ ਤੋਂ ਪਹਿਲਾਂ ਇੱਥੇ ਦੀ ਗੱਲ ਕਰਕੇ ਫਿਰ ਉੱਥੇ ਦੀ ਗੱਲ ਕੀਤੀ ਹੈ। ਉਹਦਾ ਕਾਰਨ ਹੈ ਜਿਹੜਾ ਬੰਦਾ ਪਹਿਲੇ ਕਦਮ ਉੱਤੇ ਲੜਖੜਾ ਜਾਵੇ, ਡਾਵਾਂਡੋਲ ਹੋ ਜਾਏ, ਕਿ ਉਹਦੀ ਉਮੀਦ ਕੀਤੀ ਜਾ ਸਕਦੀ ਵੀ ਉਹ ਦੂਜਾ ਤੇ ਤੀਜਾ ਕਦਮ ਵੀ ਸਾਬਤ ਪੁੱਟ ਲਏਗਾ। ਜਿਸ ਮਨੁੱਖ ਕੋਲੋਂ ਪਹਿਲੇ ਕਦਮ ਹੀ ਨਾ ਤੁਰਿਆ ਜਾਏ, ਉਹ ਮਨੁੱਖ ਲੰਬੀ ਦੌੜ, ਲੰਬੀ ਰੇਸ ਲਾ ਲਵੇ, ਐਸਾ ਉਚਿਤ ਨਹੀਂ, ਐਸਾ ਸੋਚਣਾ ਹੀ ਫਜ਼ੂਲ ਹੈ। ਇਸ ਦਾ ਭਾਵ ਸਤਿਗੁਰੂ ਕੀ ਕਰਦੇ ਨੇ ਵੀ ਜੇ ਤੂੰ ਆਪਣਾ ਆਉਣ ਵਾਲਾ ਵਕਤ ਪ੍ਰਲੋਕ ਸਵਾਰਨਾ ਚਾਹੁੰਦਾ ਤਾਂ ਤੈਨੂੰ ਸਭ ਤੋਂ ਪਹਿਲਾਂ ਆਪਣੇ ਲੋਕ ਉੱਤੇ ਕਾਰਜਸ਼ੀਲ ਹੋਣਾ ਪਏਗਾ, ਹੁਣ ਵਾਲੇ ਵਕਤ ਵੱਲ ਧਿਆਨ ਦੇਣਾ ਪਏਗਾ। ਤੇ ਜੇ ਤੂੰ ਇਹ ਸੋਚਦਾ ਵੀ ਮੇਰਾ ਹੁਣ ਵਾਲਾ ਵਕਤ ਮਨ ਮਤ ਵਿੱਚ ਗੁਜ਼ਰੇ ਤੇ ਆਉਣ ਵਾਲੇ ਵਕਤ ਵਿੱਚ ਮੈਨੂੰ ਚੰਗਾ ਫਲ ਨਸੀਬ ਹੋਏ, ਤੇ ਇਸ ਬਾਬਤ ਹਜ਼ੂਰ ਨੇ ਬਾਣੀ ਵਿੱਚ ਕਿਹਾ, ਫਰੀਦਾ ਲੋੜੈ ਦਾਕ ਬਿਜੌਰੀਆਂ ਕਿੱਕਰ ਬੀਜੈ ਜੱਟ। ਕੀ ਕਦੇ ਐਸਾ ਵਾਪਰਦਾ ਵੀ ਬੰਦਾ ਬੀਜ ਅੱਜ ਕੁਝ ਹੋਰ ਬੀਜ ਰਿਹਾ ਤੇ ਉਸ ਬੀਜ ਤੋਂ ਉਲਟ ਕਿਸੇ ਹੋਰ ਫਲ ਦੀ ਉਮੀਦ ਲਾ ਕੇ ਬੰਦਾ ਯਤਨ ਕਰਦਾ ਰਹੇ, ਉਮੀਦ ਰੱਖਦਾ ਰਹੇ, ਤਾਂ ਕਿ ਉਸ ਦੀ ਉਮੀਦ ਨਾਲ ਹੀ ਕਿਸੇ ਹੋਰ ਬੀਜ ਨੂੰ ਹੋਰ ਤਰ੍ਹਾਂ ਦਾ ਫਲ ਲੱਗ ਸਕਦਾ? ਐਸਾ ਨਹੀਂ ਹੋ ਸਕਦਾ। ਫਲ ਤੇ ਬੀਜ ਦੇ ਮੁਤਾਬਕ ਹੀ ਪਏਗਾ ਨਾ। ਜਿਸ ਕਿਸਮ ਦਾ ਬੀਜ ਹੈ ਉਸ ਕਿਸਮ ਦਾ ਫਲ ਹੈ। ਤੋ ਪਾਪ ਵਿੱਚੋਂ ਕਦੇ ਵੀ ਪੁੰਨ ਦਾ ਫਲ ਨਹੀਂ ਨਿਕਲ ਸਕਦਾ। ਇਸ ਗੱਲ ਨੂੰ ਚੇਤੇ ਰੱਖੀਏ। ਅਵਗਣ ਦੇ ਵਿੱਚੋਂ ਕਦੇ ਵੀ ਗੁਣ ਦਾ ਆਨੰਦ ਨਹੀਂ ਆ ਸਕਦਾ। ਪਾਪ ਦੀ ਬਿਰਤੀ ਦੇ ਵਿੱਚੋਂ ਕਦੇ ਧਰਮ ਪੈਦਾ ਨਹੀਂ ਹੋ ਸਕਦਾ। ਤੋ ਜਿਹੋ ਜਿਹਾ ਮਨੁੱਖ ਬੀਜ ਰਿਹਾ ਹੈ ਆਪਣੀ ਸੁਰਤ ਵਿੱਚ, ਜਿਹੋ ਜਿਹੇ ਵਿਚਾਰਾਂ ਦਾ ਬੀਜ ਸੁਰਤ ਦੀ ਭੂਮੀ ਵਿੱਚ ਪਾ ਰਿਹਾ, ਫਲ ਵੀ ਉਹੋ ਜਿਹਾ ਹੀ ਉਤਪੰਨ ਹੋਏਗਾ। ਇਸ ਕਰਕੇ ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ, ਰੇ ਮਨ ਕੌਣ ਗਤ ਹੋਏ ਹੈ ਤੇਰੀ, ਤੇਰੀ ਓੜਕ ਨੂੰ ਕੀ ਹਾਲਤ ਹੋਵੇਗੀ। ਗਤ ਦਾ ਮਤਲਬ ਹੈ ਹਾਲਤ। ਤੇ ਸਤਿਗੁਰੂ ਇਹ ਕਿਸ ਸੰਦਰਭ ਵਿੱਚ ਕਹਿ ਰਹੇ ਨੇ? ਹਜ਼ੂਰ ਕਹਿੰਦੇ ਨੇ, ਇਹ ਜਗ ਮੈਂ ਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ, ਵਿਖਿਆਨ ਸਿਉ ਆਤ ਲੋਭਾਨ ਮਤ ਨਾਹਿਨ ਫੇਰੀ। ਮਹਾਰਾਜ ਕਹਿੰਦੇ ਕਿਉਂਕਿ ਤੇਰੀ ਪ੍ਰੈਕਟਿਸ ਕੀ ਹੈ? ਹੁਣ ਇੱਥੇ ਸਤਿਗੁਰੂ ਮਨ ਦੇ ਅਭਿਆਸ, ਮਨ ਦੀ ਪ੍ਰੈਕਟਿਸ, ਮਨ ਦੀ ਕਿਰਿਆ ਦੀ ਗੱਲ ਕਰਦੇ। ਯੋੜਕ ਨੂੰ ਤੇਰੀ ਹਾਲਤ ਕੀ ਹੋ ਜਾਏਗੀ? ਕਿਉਂਕਿ ਤੂੰ ਕਰ ਕੀ ਰਿਹਾ, ਤੇਰੀ ਪ੍ਰੈਕਟਿਸ ਕੀ ਹੈ? ਜਗ ਮੈਂ ਰਾਮ ਨਾਮ। ਰਾਮ ਨਾਮ ਦਾ ਮਤਲਬ ਰਮੇ ਹੋਏ ਪਰਮੇਸ਼ਰ ਦੀ ਹੋਂਦ ਦਾ, ਨਾਮ ਦਾ ਮਤਲਬ ਹੈ ਹੋਂਦ ਦਾ ਅਹਿਸਾਸ ਕਰਨਾ। ਸਰਵ ਵਿਆਪਕ ਪਰਮੇਸ਼ਰ ਦੇ ਹੋਣ ਦਾ ਅਹਿਸਾਸ, ਉਹਦੇ ਗੁਣ, ਉਹਦੀ ਇਬਾਦਤ, ਉਹਦੀ ਬੰਦਗੀ ਵੱਲ ਚਿੱਤ ਜੋੜਨਾ। ਮਹਾਰਾਜ ਕਹਿੰਦੇ ਨੇ ਇਸ ਜਗਤ ਵਿੱਚ ਜੋ ਰਮਿਆ ਹੋਇਆ ਹੈ ਪਰਮੇਸ਼ਰ, ਉਸ ਦੇ ਹੋਣ ਦਾ ਤੈਨੂੰ ਅਹਿਸਾਸ ਨਹੀਂ ਕਦੇ ਵੀ ਆਉਂਦਾ। ਅਹਿਸਾਸ ਨਹੀਂ ਆਉਂਦਾ, ਇਸ ਕਰਕੇ ਤੂੰ ਇਹ ਗੱਲ ਭੁੱਲ ਜਾਂਦਾ ਹੈ ਵੀ ਉਹ ਹੈ। ਫਿਰ ਤੇਰੇ ਅੰਦਰ ਹਉਂ ਪੈਦਾ ਹੁੰਦੀ ਹੈ, ਹੰਕਾਰ ਪੈਦਾ ਹੁੰਦਾ ਹੈ, ਹੰਕਾਰ 'ਚੋਂ ਦਵੈਸ਼ ਉਪਜਦਾ ਹੈ, ਕਈ ਅਲਾਮਤਾਂ ਰੋਗ ਪੈਦਾ ਹੁੰਦਾ ਹੈ। ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾ, ਕਦੇ ਕੰਨ ਲਾ ਕੇ ਵੀ ਤੂੰ ਉਪਦੇਸ਼ ਨਹੀਂ ਸੁਣਿਆ। ਭਾਵ ਤੂੰ ਐਸੀ ਗੱਲ ਸੁਣਨਾ ਵੀ ਗਵਾਰਾ ਨਹੀਂ ਸਮਝਦਾ। ਤੇ ਫਿਰ ਹੁੰਦਾ ਕੀ ਹੈ? ਵਿਖਿਆਨ ਸਿਉ ਆਤ ਲੋਭਾਨ। ਵਿਖਿਆਨ ਦਾ ਮਤਲਬ ਹੈ ਵਿਸ਼ਿਆਂ ਵਿੱਚ, ਜ਼ਹਿਰ ਰੂਪ ਕਰਮਾਂ ਵਿੱਚ। ਉਹ ਚੀਜ਼ ਜਿਹੜੀ ਜ਼ਹਿਰ ਰੂਪ ਹੋ ਕੇ ਜੀਵਨ ਵਿੱਚ ਜੀਵਨ ਦੇ ਸੱਚ ਨੂੰ ਮੁਕਾ ਦਿੰਦੀ ਹੈ, ਜੀਵਨ ਦੇ ਆਨੰਦ ਨੂੰ। ਜ਼ਹਿਰ ਕੀ ਕੰਮ ਕਰਦਾ ਹੈ? ਜੀਵਨ ਦਾਨ ਜਿਹੜਾ ਸਾਨੂੰ ਕੁਦਰਤ ਨੇ ਦਿੱਤਾ ਨੂੰ ਖੋਹਦਾ ਹੈ ਨਾ। ਹੁਣ ਕੋਈ ਬੰਦਾ ਤਲੀ 'ਤੇ ਜ਼ਹਿਰ ਰੱਖ ਕੇ ਚੱਟ ਲੈ, ਜ਼ਹਿਰ ਖਾ ਲੈ ਤੇ ਕੀ ਹੋਏਗਾ?
ਉਹਦਾ ਰਿਐਕਸ਼ਨ ਕੀ ਹੋਏਗਾ ਵੀ ਮਨੁੱਖ ਨੂੰ ਵਿਪਦਾ ਵਾਪਰੇਗੀ, ਸਰੀਰ ਬਿਮਾਰ ਹੋਏਗਾ, ਰੋਗ ਪੈਦਾ ਹੋਏਗਾ, ਸਰੀਰ ਵਿੱਚ ਉਹਦਾ ਜਦੋਂ ਰਸਾਇਣਕ ਕਿਰਿਆ ਹੋਏਗੀ, ਹੋ ਸਕਦਾ ਮੌਤ ਵੀ ਹੋ ਜਾਏ ਉਹਦੀ ਮਾਤਰਾ ਮੁਤਾਬਕ, ਜਿਸ ਤਰ੍ਹਾਂ ਦਾ ਉਹਦਾ ਰਿਐਕਸ਼ਨ ਹੋਣਾ। ਤੋ ਇਸੇ ਤਰ੍ਹਾਂ ਸਾਡੇ ਆਤਮ ਆਨੰਦ ਨੂੰ, ਸਾਡੇ ਜੀਵਨ ਦੇ ਸਕੂਨ ਨੂੰ, ਮਨ ਦੀ ਪਵਿੱਤਰਤਾ ਨੂੰ, ਕਰਮਾਂ ਦੀ ਪਵਿੱਤਰਤਾ ਨੂੰ ਜਿਹੜੀ ਚੀਜ਼ ਖਤਮ ਕਰਦੀ ਹੈ ਉਹ ਜ਼ਹਿਰ ਹੈ। ਚੇਤੇ 'ਚ ਰੱਖ, ਜ਼ਹਿਰ ਇਕੱਲਾ ਕੋਈ ਪਦਾਰਥ ਹੀ ਨਹੀਂ ਹੁੰਦਾ, ਵਿਚਾਰ ਵੀ ਜ਼ਹਿਰ ਹੋ ਸਕਦਾ ਹੈ, ਚਿੰਤਨ ਵੀ ਜ਼ਹਿਰ ਹੋ ਸਕਦਾ ਹੈ, ਕਿਸੇ ਚੀਜ਼ ਦੇ ਪ੍ਰਤੀ ਸਾਡਾ ਮਾੜਾ ਦ੍ਰਿਸ਼ਟੀਕੋਣ ਵੀ ਜ਼ਹਿਰ ਹੋ ਸਕਦਾ ਹੈ। ਔਰ ਇਹ ਜ਼ਹਿਰ ਇਕੱਲਾ ਜ਼ਬਾਨ ਨਾਲ ਚੱਖਣ ਵਾਲਾ ਜਾਂ ਮੂੰਹ ਨਾਲ ਖਾਣ ਵਾਲਾ ਹੀ ਨਹੀਂ ਹੁੰਦਾ। ਅੱਖਾਂ ਨਾਲ ਵੇਖ ਕੇ ਜੋ ਅਸੀਂ, ਜਿਸ ਦ੍ਰਿਸ਼ਟੀਕੋਣ ਨਾਲ ਵੇਖ ਕੇ ਜੋ ਅਸੀਂ ਗ੍ਰਹਿਣ ਕਰ ਰਹੇ ਹਾਂ, ਹੋ ਸਕਦਾ ਉਹ ਵੀ ਜ਼ਹਿਰ ਹੋ ਜਾਏ। ਜੋ ਅਸੀਂ ਸੁਣਦੇ ਹਾਂ, ਸੁਣ ਕੇ ਜੋ ਉਹਦੇ ਤੋਂ ਮਾੜਾ ਭਾਵ ਗ੍ਰਹਿਣ ਕਰਦੇ, ਹੋ ਸਕਦਾ ਉਹ ਵੀ ਜ਼ਹਿਰ ਹੋ ਜਾਏ। ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਚਿੰਤਨ ਕਰਦੇ ਹਾਂ, ਜਿਹੜੇ ਸਾਡੇ ਅੰਦਰ ਫੁਰਨੇ ਪੈਦਾ ਹੁੰਦੇ ਨੇ, ਹੋ ਸਕਦਾ ਉਹ ਵੀ ਸਾਡੇ ਜੀਵਨ ਨੂੰ ਡਿਸਟਰਬ ਕਰ ਦੇਣ ਅਤੇ ਉਹ ਵੀ ਜ਼ਹਿਰ ਬਣ ਜਾਣ। ਇਹੀ ਵਜ੍ਹਾ ਹੈ ਨਾ ਵੀ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਮੁਬਾਰਕ ਬਾਣੀ ਵਿੱਚ ਸ਼ਰਵਣਾ ਬਾਬਤ, ਕੰਨਾਂ ਬਾਬਤ ਵੀ ਕਿਹਾ ਹੈ, ਸ਼ਰਵਣੋ ਮੇਰਿਓ ਸਾਚੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਫਿਰ ਇਹ ਵੀ ਕਿਹਾ, ਇਹ ਨੇਤਰੋ ਮੇਰਿਓ, ਨੇਤਰਾਂ ਨੂੰ ਵੀ ਸੰਬੋਧਨ ਕੀਤਾ, ਇਹ ਰਸਨਾ ਤੁਆਨ ਰਸ ਰਾਚ ਰਹੀ, ਐਸਾ ਵੀ ਕਿਹਾ। ਜ਼ਬਾਨ ਨੂੰ ਵੀ ਕਿਹਾ, ਜਾਨੀ ਕਿ ਸਮੁੱਚੇ ਸਰੀਰ ਨੂੰ ਸਤਿਗੁਰ, ਗਿਆਨ ਇੰਦਰੀਆਂ ਨੂੰ, ਕਿਉਂਕਿ ਜ਼ਹਿਰ ਇਕੱਲਾ ਪਦਾਰਥ ਜ਼ਬਾਨ ਨਾਲ ਚੱਖਣ ਵਾਲਾ ਹੀ ਨਹੀਂ ਹੈ। ਜਿਹੜੀ ਵੀ ਚੀਜ਼ ਸਾਡੀ ਸੁਰਤ ਨੂੰ ਪਲੀਤ ਕਰਦਾ ਹੈ, ਮਨ ਨੂੰ ਪਲੀਤ ਕਰਦਾ ਹੈ, ਸਾਡੇ ਅੰਦਰ ਦੀ ਚੇਤਨਾ ਨੂੰ ਧੁੰਦਲਿਆਂ ਪਾਦਾ ਹੈ, ਸਾਨੂੰ ਸਾਡੇ ਅੰਦਰ ਔਗਣ ਤੇ ਪਸ਼ੂ ਬਿਰਤੀਆਂ ਨੈਗੇਟਿਵਿਟੀ ਪੈਦਾ ਕਰਦਾ ਹੈ, ਜੀਵਨ ਦਾ ਸੁੱਖ, ਆਨੰਦ, ਸਕੂਨ, ਸਹਿਜ, ਇਹ ਸਭ ਕੁਝ ਮੁਕਾ ਦੇਵੇ, ਉਹ ਹਰ ਚੀਜ਼ ਹੀ ਸਾਡੇ ਲਈ ਜ਼ਹਿਰ ਹੈ। ਇਹਨੂੰ ਆਇਡੈਂਟੀਫਾਈ ਅਸੀਂ ਆਪਣੇ ਜੀਵਨ ਵਿੱਚ ਕਰਨਾ। ਜਿਵੇਂ ਅਸੀਂ ਆਪਣੇ ਖਾਣ ਪੀਣ ਦਾ ਦੇਖਦੇ ਨਾ, ਵੀ ਕੁਝ ਚੀਜ਼ਾਂ ਨੇ ਜਦੋਂ ਅਸੀਂ ਖਾਂਦੇ ਹਾਂ ਤਾਂ ਉਹਨਾਂ ਦਾ ਰਿਐਕਸ਼ਨ ਸਾਡੇ ਸਰੀਰ 'ਤੇ ਉਲਟਾ ਹੋ ਜਾਂਦਾ, ਸਰੀਰ ਨੂੰ ਸੂਟ ਨਹੀਂ ਕਰਦੀਆਂ, ਪਚਦੀਆਂ ਨਹੀਂ ਕਹਿ ਲਓ, ਸਿਖਾਉਂਦੀਆਂ ਨਹੀਂ ਕਹਿ ਲਓ। ਅਤੇ ਹੌਲੀ ਹੌਲੀ ਕਈ ਵਾਰ ਸਾਨੂੰ ਬੜੀ ਦੇਰ ਬਾਅਦ ਜਾ ਕੇ ਪਤਾ ਲੱਗਦਾ ਵੀ ਆਹ ਚੀਜ਼ ਖਾਣ ਨਾਲ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ, ਅਤੇ ਆਪਾਂ ਉਹਦੇ ਤੋਂ ਪਰਹੇਜ਼ ਕਰਨਾ ਸ਼ੁਰੂ ਕਰਦੇ ਨੇ ਵੀ ਹਾਂ, ਕਿਉਂਕਿ ਅਸੀਂ ਖੁਦ ਕਈ ਵਾਰ ਕਿਸੇ ਨੂੰ ਨਹੀਂ ਪਤਾ ਲੱਗਦਾ, ਡਾਕਟਰ ਉਹਨੂੰ ਵੀ ਨਹੀਂ ਲੱਗਦਾ, ਉਹ ਦਵਾਈ ਦਿੰਦਾ ਰਹਿੰਦਾ। ਪਰ ਸਿਆਣਾ ਡਾਕਟਰ ਇਹ ਵੀ ਕਹਿੰਦਾ ਵੀ ਥੋੜ੍ਹਾ ਬਹੁਤ ਆਪਣਾ ਧਿਆਨ ਰੱਖੋ ਵੀ ਤੁਸੀਂ ਕਿਹੜੀ ਚੀਜ਼ ਖਾਂਦੇ ਹੋ, ਕੀ ਐਸਾ ਤੁਹਾਨੂੰ ਜਿਹੜਾ ਸਿਖਾਉਂਦਾ ਨਹੀਂ। ਜੇ ਤੁਸੀਂ ਇੰਨਾ ਪਤਾ ਕਰ ਲਓ ਤਾਂ ਤੁਹਾਨੂੰ ਥੋੜ੍ਹਾ ਸੌਖਾ ਹੋ ਜਾਏਗਾ, ਹੋ ਸਕਦਾ ਫਿਰ ਦਵਾਈ ਖਾਣ ਦੀ ਜ਼ਰੂਰਤ ਹੀ ਨਾ ਰਹਿ ਜਾਏ। ਕਈ ਵਾਰ ਪਰਹੇਜ਼ ਹੀ ਸਭ ਤੋਂ ਵੱਡਾ ਇਲਾਜ ਹੋ ਗੁਜ਼ਰਦਾ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ, ਜਿਵੇਂ ਸਰੀਰ ਪ੍ਰਤੀ ਅਸੀਂ ਕਰਦੇ ਹਾਂ ਨਾ, ਇਸੇ ਤਰ੍ਹਾਂ ਜੀਵਨ ਆਤਮ ਚਿੰਤਨ ਵੀ ਅਸੀਂ ਆਪਣੇ ਆਪ ਦਾ ਕਰਨਾ ਹੁੰਦਾ ਹੈ ਵੀ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਅਸ਼ਾਂਤ ਕਰਦੀ ਹੈ, ਉਦਾਸ ਕਰਦੀ ਹੈ, ਮਾਯੂਸ ਕਰਦੀ ਹੈ, ਮਨ ਸੁਰਤ ਨੂੰ ਪਲੀਤ ਕਰਦੀ ਹੈ, ਚੰਗੇ ਵਿਹਾਰ ਤੋਂ ਭਟਕਾਉਂਦੀ ਹੈ, ਜੀਵਨ ਵਿੱਚ ਡਿਸਟਰਬੈਂਸ ਪੈਦਾ ਕਰਦੀ ਹੈ। ਉਹ ਜ਼ਹਿਰ ਸਮਾਨ ਕਿਹੜੀ ਚੀਜ਼ ਹੈ ਜਿਹੜੀ ਮੈਨੂੰ ਸਿਖਾਉਂਦੀ। ਇਹ ਤਾਂ ਅਸੀਂ ਆਪਣੇ ਜੀਵਨ ਦੇ ਤਲ ਵਿੱਚ ਆਪਣੇ ਆਪ ਵਿੱਚ ਡੂੰਘੇ ਉਤਰ ਕੇ, ਇਹਨੂੰ ਹੀ ਸਤਿਗੁਰੂ ਨੇ ਆਪਣਾ ਆਪ ਚੀਨਣਾ ਕਿਹਾ, ਆਪੇ ਨੂੰ ਪਛਾਨਣਾ ਕਿਹਾ। ਇਸ ਮਨ ਕੋ ਕੋਈ ਖੋਜੋ ਭਾਈ, ਇਹਨੂੰ ਆਇਡੈਂਟੀਫਾਈ ਕਰ, ਆਤਮ ਚਿੰਤਨ ਕਰ, ਇਸੇ ਨੂੰ ਆਪਣਾ ਆਪ ਸਵਾਰਨਾ ਕਿਹਾ। ਜਿਵੇਂ ਅਸੀਂ ਆਪਣੇ ਸਰੀਰ ਨੂੰ ਸਵਾਰਦੇ ਹਾਂ, ਆਪ ਸਵਾਰੈ ਮੈਂ ਮਿਲਿਆ ਸੁਖ ਹੋਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਵਿਖਿਅਨ ਸਿਉ ਅਤ ਲੁਭਾਨ। ਅਤ ਦਾ ਮਤਲਬ ਹੈ ਬੇਹੱਦ। ਅਤ ਸ਼ਬਦ ਜਿਹੜਾ ਹੈ, ਜਿੱਥੇ ਕਿਸੇ ਚੀਜ਼ ਦੀ ਲਿਮਟ ਹੀ ਨਾ ਰਹਿ ਜਾਏ, ਉਹਨੂੰ ਆਪਾਂ ਕਹਿੰਦੇ ਨੇ ਅਤ। ਹੱਦੋਂ ਵੱਧ ਕੇ, ਜ਼ਰੂਰਤ ਤੋਂ ਵੱਧ। ਹੁਣ ਉਹਨੂੰ ਮਹਾਰਾਜ ਕਹਿੰਦੇ ਨੇ, ਵਿਖਿਅਨ ਸਿਉ ਅਤ ਲੁਭਾਨ, ਬਹੁਤ ਹੱਦ ਤੱਕ, ਅਨਲਿਮਟਿਡ ਤੌਰ 'ਤੇ, ਬਿਨਾਂ ਕਿਸੇ ਸੀਮਾ ਤੋਂ, ਹੱਦ ਤੋਂ, ਲਿਮਟ ਤੋਂ ਤੂੰ ਲੁਭਾਏਮਾਨ ਖਚਤ ਹੈ ਜ਼ਹਿਰ ਦੇ ਵਿੱਚ। ਯਾਨੀ ਕਿ ਤੇਰਾ ਜ਼ਹਿਰ ਗ੍ਰਹਿਣ ਕਰਨ ਦੀ ਜਿਹੜੀ ਕੋਈ ਹੱਦ ਹੀ ਨਹੀਂ। ਮਤ ਨਾ ਹਿਨ ਫੇਰੀ, ਤੂੰ ਆਪਣੀ ਮਤ ਨੂੰ, ਆਪਣੀ ਸੁਰਤ ਨੂੰ,
ਆਪਣੇ ਚਿੰਤਨ ਨੂੰ ਇਸ ਜ਼ਹਿਰ ਵੱਲੋਂ ਮੋੜਦਾ ਨਹੀਂ। ਫੇਰੀ ਦਾ ਮਤਲਬ ਹੈ ਫੇਰਨਾ, ਮੋੜ ਲੈਣਾ। ਆਪਣੀ ਸੁਰਤ ਨੂੰ ਕਦੇ ਵੀ ਇਸ ਪਾਸਿਓਂ ਤੂੰ ਨਹੀਂ ਮੋੜਦਾ। ਫਿਰ ਜਦੋਂ ਤੂੰ ਜ਼ਹਿਰ ਵੱਲੋਂ ਆਪਣੀ ਸੁਰਤ ਨੂੰ ਮੋੜਦਾ ਨਹੀਂ ਤੇ ਅਤ ਲੁਭਾਨ, ਹੱਦੋਂ ਵੱਧ ਤੂੰ ਇਹਦੇ ਵਿੱਚ ਖਚਤ ਹੈ, ਖੁੱਭਿਆ ਹੋਇਆ ਹੈ, ਤੇ ਇੱਕ ਪਲ ਵੀ ਕਦੇ ਤੇਰੀ ਜ਼ਿੰਦਗੀ 'ਚ ਐਸਾ ਨਹੀਂ ਆਉਂਦਾ ਵੀ ਇਸ ਜ਼ਹਿਰ ਤੋਂ ਛੁਟਕਾਰਾ ਪਾਉਣ ਦਾ ਜਿਹੜਾ ਰਾਹ ਹੈ, ਇਸ ਜੱਗ ਮੈਂ ਰਾਮ ਨਾਮ, ਤੂੰ ਉਸ ਪਾਸੇ ਪਰਤੇ, ਤੇ ਫਿਰ ਸੁਭਾਵਿਕ ਹੀ ਇਹ ਸਮਝਣਾ ਕਿੰਨਾ ਕੁ ਕਠਿਨ ਹੈ ਵੀ ਰੇ ਮਨ ਕੌਣ ਗਤ ਹੋਏ ਹੈ ਤੇਰੀ। ਇਹ ਮੇਰੇ ਮਨ, ਤੇਰੀ ਕੀ ਹਾਲਤ ਹੋਏਗੀ? ਫਿਰ ਤੂੰ ਕਿਸ ਅਵਸਥਾ ਨੂੰ ਪਹੁੰਚੇਗਾ? ਕਿਹੋ ਜਿਹੀ ਘਾੜਤ ਬਣ ਜਾਏਗੀ ਤੇਰੀ? ਤੂੰ ਕਿੱਥੇ ਜਾ ਕੇ ਪਹੁੰਚੇਗਾ? ਤੇਰੀ ਓੜਕ ਨੂੰ ਫਿਰ ਕੀ ਅਵਸਥਾ ਬਣੇਗੀ? ਇਹਨੂੰ ਸਮਝਣਾ ਕਠਿਨ ਨਹੀਂ ਹੈ। ਤੇਰਾ ਸਫ਼ਰ ਦੱਸ ਰਿਹਾ ਵੀ ਤੂੰ ਕਿੱਥੇ ਪਹੁੰਚੇਗਾ। ਤੇਰੀ ਇਹ ਪ੍ਰੈਕਟਿਸ, ਤੇਰਾ ਇਹ ਅਭਿਆਸ ਦੱਸ ਰਿਹਾ ਹੈ ਵੀ ਓੜਕ ਨੂੰ ਤੇਰੀ ਮੰਜ਼ਿਲ ਕੀ ਹੋਵੇਗੀ। ਤੋ ਪਾਤਸ਼ਾਹ ਜੀ ਅੱਗੇ ਆਖਦੇ ਨੇ, ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ। ਕਿ ਤੂੰ ਮਨੁੱਖ ਦਾ ਜੀਵਨ ਪਾਇਆ, ਤੂੰ ਇਨਸਾਨ ਹੈ, ਤੂੰ ਮਨੁੱਖ ਹੈ। ਪਤਾ ਜਦੋਂ ਮਨੁੱਖ ਦੇ ਜੀਵਨ ਵਿੱਚ ਕਿਸੇ ਵਿਹਾਰ ਪੱਖੋਂ ਗਿਰਾਵਟ ਆ ਜਾਏ ਤੇ ਆਪਾਂ ਉਹਨੂੰ ਪਸ਼ੂ ਨਾਲ ਤੁਲਨਾ ਦਿੰਦੇ ਹਾਂ। ਹਾਲਾਂਕਿ ਬੰਦਾ, ਇਨਸਾਨ ਆਪਣੇ ਫਾਇਦੇ ਵਾਸਤੇ ਪਸ਼ੂਆਂ ਤੋਂ ਵੀ ਮਦਦ ਲੈਂਦਾ ਹੈ। ਚੇਤੇ 'ਚ ਰੱਖੋ, ਪਸ਼ੂਆਂ ਤੋਂ ਵੀ ਮਦਦ ਲੈਂਦਾ ਹੈ। ਸ਼ਾਇਦ ਮੈਂ ਜੇ ਇਹ ਕਹਾਂ ਵੀ ਜੇ ਇਹ ਪ੍ਰਜਾਤੀਆਂ ਨਾ ਹੁੰਦੀਆਂ ਤੇ ਮਨੁੱਖ ਵੀ ਇਸ ਧਰਤੀ 'ਤੇ ਨਾ ਹੁੰਦਾ। ਇਹਨਾਂ ਪਸ਼ੂਆਂ ਦੇ ਚਮੜੇ ਨੂੰ ਪਹਿਨ ਕੇ ਬੰਦੇ ਨੇ ਆਪਣਾ ਗੁਜ਼ਾਰਾ ਕੀਤਾ। ਇਹਨਾਂ ਦੇ ਜਿਸਮ ਦੀ ਚਰਬੀ ਤੇ ਮਾਸ ਖਾ ਕੇ ਬੰਦਾ ਅੱਜ ਤੱਕ ਪਲਦਾ ਆਇਆ। ਇਹਨਾਂ ਦੇ ਜਿਸਮ 'ਚੋਂ ਨਿਕਲਦੇ ਖੂਨ ਤੇ ਹੱਡੀਆਂ ਤੱਕ ਨੂੰ ਬੰਦੇ ਨੇ ਆਪਣੀ ਲੋੜ ਲਈ ਵਰਤਿਆ। ਦੁੱਧ ਤਾਂ ਸਦੀਆਂ ਤੋਂ ਪੀਂਦਾ ਹੀ ਆ ਰਿਹਾ ਹੈ ਨਾ। ਇਹਨਾਂ ਨੂੰ ਜੋ ਕੇ ਬੰਦੇ ਨੇ ਕੋਹਾਂ ਸਫ਼ਰ ਕੀਤੇ ਇਸ ਧਰਤੀ ਦੇ, ਇਹਨਾਂ 'ਤੇ ਸਵਾਰੀਆਂ ਕਰ ਕੇ, ਗੱਡਿਆਂ ਅੱਗੇ ਜੋੜ ਕੇ, ਹਲ ਜੋਤ ਕੇ ਜ਼ਮੀਨ 'ਚੋਂ ਅਨਾਜ ਪੈਦਾ ਕੀਤਾ। ਤੁਸੀਂ ਵੇਖੋ, ਪਸ਼ੂ ਦੀ ਸਹਾਇਤਾ ਤੋਂ ਬਿਨਾਂ ਮਨੁੱਖ ਇੰਨੀ ਤਰੱਕੀ ਨਹੀਂ ਸੀ ਕਰ ਸਕਦਾ। ਔਰ ਅੱਜ ਵੀ ਇਹੀ ਹੈ। ਬੰਦਾ ਬਾਜ਼ਾਰ ਜਾਏ ਤੇ ਲੈਦਰ ਦੀ ਜੈਕਟ ਲੈ ਕੇ ਆਉਂਦਾ ਹੈ, ਉਹ ਕਾਹਦੀ ਬਣਦੀ ਹੈ? ਇਹ ਮੈਂ ਇੱਕ ਉਦਾਹਰਣ ਦੇ ਰਿਹਾ ਵੀ ਅੱਜ ਵੀ ਇਹੋ ਜਿਹੇ ਵਿਗਿਆਨਕ ਯੁੱਗ ਵਿੱਚ ਵੀ ਪਸ਼ੂ ਬਿਨਾਂ ਨਹੀਂ ਸਰਦਾ। ਪਸ਼ੂਆਂ ਨੂੰ ਬੰਦਾ ਪਾਲ ਹੀ ਇਸ ਕਰਕੇ ਰਿਹਾ ਵੀ ਉਹਨਾਂ ਨੂੰ ਵਰਤ ਸਕੇ। ਪਸ਼ੂਆਂ ਦੇ ਤਲ, ਪਸ਼ੂਆਂ ਦੇ ਸਹਾਰੇ, ਪਸ਼ੂਆਂ ਦੇ ਸਹਿਯੋਗ ਨਾਲ, ਪੰਛੀਆਂ ਦੇ ਸਹਿਯੋਗ ਨਾਲ ਅੱਜ ਤੱਕ ਇੰਨੀ ਤਰੱਕੀ। ਚੰਗੀ ਚੀਜ਼ਾਂ ਦੀ ਵੀ ਜਦੋਂ ਬੰਦੇ ਨੂੰ ਤੁਲਨਾ ਕਰਨੀ ਹੋਵੇ ਨਾ, ਕਿਸੇ ਦੂਰ ਅੰਦੇਸ਼ ਬੰਦੇ ਦੀ ਤੁਲਨਾ ਕਰਨੀ ਹੋਵੇ, ਤੇ ਅਸੀਂ ਕਹਿੰਦੇ ਬੰਦੇ ਦੀ ਬਾਜ਼ ਅੱਖ ਹੈ। ਕਿਸੇ ਦੀ ਫੁਰਤੀ ਦੀ ਗੱਲ ਕਰਨੀ ਹੋਵੇ ਤੇ ਉਹਨੂੰ ਘੋੜੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਕਿਸੇ ਦੀ ਬਹਾਦਰੀ ਦੀ ਤੁਲਨਾ ਕਰਨੀ ਹੋਵੇ ਤੇ ਉਹਨੂੰ ਸ਼ੇਰ ਆਖਿਆ ਜਾਂਦਾ। ਜਾਨੀ ਕਿ ਹੁਣ ਤੁਸੀਂ ਵੇਖੋ, ਪਰ ਇਸ ਦੇ ਬਾਵਜੂਦ ਵੀ ਕਿਸੇ ਮਨੁੱਖ ਦੇ ਕੰਮ ਨੂੰ ਨਖਿੱਧ ਵੇਖੀਏ ਨਾ, ਨਖਿੱਧ ਕੰਮ ਨੂੰ ਵੇਖੀਏ, ਤੇ ਅਸੀਂ ਉਹਨੂੰ ਪਸ਼ੂ ਕਹਿੰਦੇ ਵੀ ਤੂੰ ਤਾਂ ਜਮਾਂ ਹੀ ਪਸ਼ੂ ਹੈ, ਤੂੰ ਤਾਂ ਉੱਕਾ ਹੀ ਪਸ਼ੂਆਂ ਵਰਗਾ, ਜੜ ਬੁੱਧੀ। ਕਿਸੇ ਬੰਦੇ ਨੂੰ ਗੱਲ ਜੜ ਬੁੱਧੀ ਹੋਵੇ, ਜਿਹਦੇ ਅੰਦਰ ਸੁਰਤ ਸੋਝੀ ਜਾਂ ਵਿਚਾਰ ਸੱਤਾ ਦੀ ਕਮੀ ਹੋਵੇ, ਤੇ ਆਪਾਂ ਉਹਨੂੰ ਕਹਿੰਦੇ ਤਾਂ ਪਸ਼ੂ ਹੈ ਬੰਦਾ। ਪਸ਼ੂ ਕਿਉਂ ਕਹਿੰਦੇ ਆ? ਕਿ ਚਲਾਇਆ ਹੀ ਚੱਲਦਾ, ਇਹਨੂੰ ਆਪਣੇ ਆਪ ਕੱਖ ਨਹੀਂ ਪਤਾ ਲੱਗਦਾ, ਨਾ ਇਹਨੂੰ ਸਮਝ ਆਉਂਦਾ ਹੈ, ਨਾ ਇਹਨੂੰ ਇਹ ਸੁਣਦਾ ਹੈ, ਨਾ ਇਹਦੇ ਕੁਝ ਵਿਚਾਰ ਪੱਲੇ ਪੈਂਦਾ। ਸੋ ਜੜ ਬੁੱਧੀ ਹੈ। ਤੋ ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਕਿਹਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਿਉਂ ਕਿਹਾ? ਕਿਉਂਕਿ ਉੱਥੇ ਕਰਮ ਨੂੰ ਸਤਿਗੁਰੂ ਜਦੋਂ ਵੇਖਦੇ ਨੇ ਵੀ ਇਹਦਾ ਕਰਮ ਜਿਹੜਾ ਹੈ ਨਾ, ਕਰਮ ਪਸ਼ੂ ਦੇ ਤਲ ਉੱਤੇ ਖੜਾ ਹੈ। ਜਿਵੇਂ ਪਸ਼ੂ ਆਪਣਾ ਸਦੀਆਂ ਦਾ ਸੁਭਾਅ ਨਹੀਂ ਬਦਲਦਾ, ਉਸੇ ਤਰ੍ਹਾਂ ਜੇ ਇਹ ਵੀ ਆਪਣੇ ਸੁਰਤ ਵਿੱਚ ਤਬਦੀਲੀ ਨਹੀਂ ਲਿਆਉਂਦਾ ਤੇ ਇਹਦਾ ਮਤਲਬ ਪਸ਼ੂ ਦੇ ਤਲ ਤੇ ਹੀ ਖੜਾ। ਵੀ ਸਰੀਰ ਮਨੁੱਖ ਵਰਗਾ ਹੈ, ਵਿਹਾਰ ਪਸ਼ੂ ਵਰਗਾ ਹੈ। ਸਤਿਗੁਰੂ ਮਹਾਰਾਜ ਇਸ ਜਦੋਂ ਕਰਮ ਨੂੰ ਨੀਵਾਂ ਵੇਖਦੇ ਨੇ ਨਾ ਮਨੁੱਖ ਦੇ ਜੀਵਨ ਵਿੱਚ, ਮਨੁੱਖ ਦਾ ਕਰਮ ਨੀਵਾਂ ਵੇਖਦੇ ਨੇ, ਤੇ ਉਹਨੂੰ ਪਸ਼ੂ ਨਾਲ, ਅਸੀਂ ਇੱਕ ਵਾਕ ਪੜ੍ਹਦੇ ਹਾਂ ਗੁਰੂ ਅਰਜਨ ਸਾਹਿਬ ਦਾ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨਹ ਕੂਕਰਹ ਸੂਕਰਹ ਗਰਦਬਹ ਕਾਕਹ ਸਰਪਨਹ ਤੁਲ ਖਲਹ। ਮੂਰਖ, ਕਾਂ, ਕੁੱਤੇ, ਗਧੇ, ਸੂਰ ਇਤਿਆਦਿਕ ਇਹਨਾਂ ਜੂਨਾਂ ਦੇ ਸਮਾਨ ਹੈ। ਤੁਲ ਦਾ ਮਤਲਬ ਹੁੰਦਾ ਹੈ ਸਮਾਨ।
ਜੇ ਗੁਰੂ ਬਚਨ ਗੁਰੂ ਉਪਦੇਸ਼ ਤੇਰੇ ਜੀਵਨ ਦਾ ਹਿੱਸਾ ਨਹੀਂ, ਤੇਰਾ ਚਿੰਤਨ ਮੈਲਾ ਹੈ, ਕਰਮ ਨਖਿੱਧ ਹੈ, ਤੇ ਤੇਰੀ ਤੇ ਉਹਦੇ 'ਚ ਕੀ ਫਰਕ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਰਜਾਰੀ। ਹੁਣ ਕੋਈ ਬੰਦਾ ਜ਼ਹਿਰ ਨਾਲ ਹੀ 24 ਘੰਟੇ ਭਰਿਆ ਰਵੇ, ਤੇ ਹੁਣ ਤੁਸੀਂ ਦੱਸੋ ਵੀ ਉਸ ਬੰਦੇ ਦੀ ਰੇਂਜ ਜਿਹੜਾ ਆਏਗਾ ਉਹਨੂੰ ਉਹਨੇ ਡੰਗ ਮਾਰਨਾ ਹੀ ਹੈ ਨਾ। ਤੇ ਜਦੋਂ ਅਸੀਂ ਉਹਨੂੰ ਆਉਂਦਾ ਵੇਖ ਲਈਏ, ਦੂਜੇ ਪਾਸੇ ਨਿਕਲ ਜਾਂਦੇ ਵੀ ਛੱਡੋ ਪਰਾਂ, ਮਿਲਣਾ ਹੀ ਕਾਹਨੂੰ ਹੈ। ਐਵੇਂ ਕੋਈ ਬਖੇੜਾ ਖੜਾ ਕਰੇਗਾ। ਤੇ ਇਸ ਤਰ੍ਹਾਂ ਹੀ ਆਪਾਂ ਕਰਦੇ ਨਾ, ਸੱਪ ਆ ਰਿਹਾ ਹੋਵੇ ਤਾਂ ਆਪਾਂ ਸਾਈਡ 'ਤੇ ਹੋ ਜਾਂਦੇ ਵੀ ਐਵੇਂ ਕਿਤੇ ਡੰਗ ਹੀ ਨਾ ਮਾਰਦਾ। ਹੁਣ ਤੁਸੀਂ ਦੱਸੋ ਵੀ ਉਸ ਬੰਦੇ ਦੀ ਜਿਹੜੀ ਇਮੇਜ ਹੈ, ਉਹਦਾ ਜਿਹੜਾ ਕਰੈਕਟਰ ਹੈ, ਉਹਦਾ ਜਿਹੜਾ ਵਿਹਾਰ ਹੈ, ਉਹਦੇ ਵਿੱਚ ਤੇ ਸੱਪ ਦੇ ਵਿੱਚ ਕੀ ਫਰਕ ਹੈ। ਇਹ ਉਹ ਬੰਦੇ ਤੋਂ ਵੀ ਅਸੀਂ ਉਵੇਂ ਡਰ ਰਹੇ ਹਾਂ ਤੇ ਸੱਪ ਦੇ ਜ਼ਹਿਰ ਤੋਂ ਵੀ ਉਵੇਂ ਡਰ ਰਹੇ ਹਾਂ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੀ ਜਿਵੇਂ ਕਰਮ ਨੂੰ ਵੇਖਦੇ ਨੇ, ਤਾਂ ਫਿਰ ਉਦੋਂ ਕਹਿੰਦੇ ਨੇ ਵੀ ਤੇਰਾ। ਹੁਣ ਅਸੀਂ ਕਿਸੇ ਮਨੁੱਖ ਨੂੰ ਜਦੋਂ ਆਮ ਬੋਲਚਾਲ ਵਿੱਚ ਵੀ ਸਮਝਾਉਂਦੇ ਹਾਂ ਜਾਂ ਗੱਲ ਕਰਦੇ, ਉਦੋਂ ਕਹਿੰਦੇ ਹਾਂ ਕਿ ਤੂੰ ਬੰਦਾ ਹੈ, ਬੰਦਿਆਂ ਵਾਲੇ ਕੰਮ ਕਰ। ਤੇ ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ, ਮਾਨਸ ਕੋ ਜਨਮ ਲੀਨ। ਤੂੰ ਅਹਿਸਾਸ ਕਰ ਵੀ ਤੂੰ ਬੰਦਾ ਹੈ, ਤੂੰ ਮਨੁੱਖ ਹੈ, ਤੂੰ ਇਨਸਾਨ ਹੈ। ਤੇ ਇਨਸਾਨ ਤੋਂ ਉਹਨਾਂ ਕੰਮਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ, ਉਮੀਦ ਨਹੀਂ ਕੀਤੀ ਜਾ ਸਕਦੀ ਵੀ ਹੁਣ ਬੰਦਾ ਆਪਣੇ ਆਪ ਨੂੰ ਆਖੇ ਲੈ, ਪਸ਼ੂ ਵੀ ਤੇ ਕਰਦਾ ਹੀ ਹੈ, ਜੇ ਮੈਂ ਕਰ ਲਿਆ ਤੇ ਕੀ ਫਰਕ ਪੈਂਦਾ। ਤੇ ਉੱਥੇ ਫਿਰ ਕਹਿਣਾ ਪੈਂਦਾ ਨਾ ਵੀ ਤੂੰ ਬੰਦਾ ਹੈ, ਉਹ ਪਸ਼ੂ ਹੈ, ਤੇਰੇ 'ਚ ਤੇ ਉਹਦੇ 'ਚ ਬੜਾ ਫਰਕ ਹੈ। ਕਿ ਤੂੰ ਆਪਣੇ ਆਪ ਨੂੰ, ਆਪਣੇ ਨਖਿੱਧ ਕਰਮ ਨੂੰ ਮਾਨਤਾ ਦੇਣ ਲਈ ਤੂੰ ਕਿਹਦੇ ਨਾਲ ਰਲਾਏਗਾ। ਇਹ ਤਾਂ ਕੋਈ ਗੱਲ ਨਾ ਹੋਈ। ਤੋ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ, ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ। ਨਿਮਖ ਅੱਖ ਝਮਕਣ ਜਿੰਨਾ ਵਕਤ ਵੀ, ਸਮਾਂ ਵੀ ਤੂੰ ਸਮਰਨ ਚਿੰਤਨ ਨਹੀਂ ਕੀਤਾ ਪਰਮੇਸ਼ਰ ਅਕਾਲ ਪੁਰਖ ਦਾ, ਉਹਦੇ ਨਾਮ, ਉਹਦੇ ਗੁਣ, ਉਹਦੇ ਹੁਕਮ, ਉਹਦੀ ਰਜ਼ਾ, ਉਹਦੀ ਹੋਂਦ ਦੇ ਅਹਿਸਾਸ ਦਾ, ਉਹਦੀ ਇਬਾਦਤ ਦਾ। ਦਾਰਾ ਸੁਖ ਭਇਓ ਦੀਨ। ਦਾਰਾ ਔਰਤ ਨੂੰ ਕਹਿੰਦੇ ਨੇ। ਇਹਦਾ ਮਤਲਬ ਹੈ ਆਪਣੇ ਤੋਂ ਵਿਰੋਧੀ ਪਛਾਣ, ਜਿਸ ਨੂੰ ਅਸੀਂ ਕਹਿੰਦੇ ਵੀ ਜਿਹੜੀ ਫਿਜ਼ੀਕਲੀ ਖਿੱਚ ਹੈ, ਸਰੀਰਕ ਖਿੱਚ ਹੈ, ਸਰੀਰਕ ਸੁੱਖ ਹੈ। ਕਾਮ ਆਦਿਕ ਵਿਚਾਰਾਂ ਦੇ ਵਿੱਚ ਗ੍ਰਸੇ ਜਾਣਾ, ਉਹ ਭਾਵੇਂ ਔਰਤ ਦੇ ਮਰਦ ਪ੍ਰਤੀ ਹੋਣ, ਚਾਹੇ ਮਰਦ ਦੇ ਔਰਤ ਪ੍ਰਤੀ। ਪਰ ਸਤਿਗੁਰੂ ਨੇ ਇੱਕ ਕਾਮਨ ਜਿਹਾ ਸ਼ਬਦ ਬਾਣੀ 'ਚ ਵਰਤਿਆ, ਇਹਨੂੰ ਬਿਖੈ ਰਸ ਵੀ ਕਿਹਾ, ਵੀ ਉਹ ਰਿਲੇਸ਼ਨ ਜਾਂ ਉਹ ਸੰਬੰਧ ਜਿਹੜਾ ਤੇਰੇ ਜਾਂ ਦੂਜੇ ਦੇ ਜੀਵਨ ਵਿੱਚ ਜ਼ਹਿਰ ਸਮਾਨ ਹੋ ਕੇ ਜ਼ਿੰਦਗੀ ਦੇ ਸੁੱਖ, ਸੁਹਜ, ਸਵਾਦ ਤੇ ਰਿਸ਼ਤੇ ਦਾ ਘਾਣ ਕਰ ਦੇਵੇ, ਉਹ ਜਿਹੜਾ ਰਿਲੇਸ਼ਨ ਹੈ ਉਹ ਤਕਲੀਫ ਦੇ ਹੈ, ਉਹ ਜ਼ਹਿਰ ਸਮਾਨ ਹੈ। ਇਹਦਾ ਭਾਵ ਇਹ ਹੈ ਵੀ ਵਿਸ਼ੇ ਵਿਕਾਰਾਂ ਵਿੱਚ ਲੁਪਤ ਹੋਣਾ। ਕੁੱਲ ਮਿਲਾ ਕੇ ਕਾਮ ਵਾਸ਼ਨਾ ਵਿੱਚ ਬੱਝ ਕੇ ਆਪਣੇ ਜੀਵਨ ਨੂੰ ਵਿਕਾਰਾਂ ਦੀ ਭੇਟ ਚੜਾ ਦੇਣਾ, ਉਹਨੂੰ ਸਤਿਗੁਰੂ ਕਹਿੰਦੇ ਦਾਰਾ ਸੁਖ ਭਇਓ ਦੀਨ। ਦੀਨ ਦਾ ਮਤਲਬ ਹੈ ਵੀ ਤੂੰ ਅਧੀਨ ਹੋ ਗਿਆ ਹੈ ਦੇ। ਇਹ ਜਿਹੜੀ ਵਾਸ਼ਨਾ ਹੈ, ਤੂੰ ਇਹ ਤੇਰੇ ਜੀਵਨ ਉੱਤੇ ਹਾਵੀ ਹੋ ਗਈ ਹੈ, ਤੂੰ ਇਹਦਾ ਗੁਲਾਮ ਬਣ ਗਿਆ। ਪੱਗੋਂ ਪਰੀ ਬੇਰੀ, ਇਵੇਂ ਤੂੰ ਵਿਕਾਰਾਂ ਦੀ ਬੇੜੀ ਆਪਣੇ ਪੈਰਾਂ ਨੂੰ ਪਾ ਲਈ ਹੈ। ਹੁਣ ਕਿਸੇ ਦੇ ਪੈਰ ਬੰਨੇ ਹੋਣ ਤੇ ਉਹਨੂੰ ਆਪਾਂ ਕਹੀਏ ਵੀ ਤੂੰ ਦੌੜ ਸਕਦਾ? ਨਹੀਂ। ਕਿਸੇ ਪੰਛੀ ਨੂੰ ਪਿੰਜਰੇ 'ਚ ਪਾ ਕੇ ਤੇ ਉਹਦੇ ਤੋਂ ਉਮੀਦ ਕੀਤੀ ਜਾਏ ਵੀ ਖੁੱਲ੍ਹੇ ਅਸਮਾਨ ਦੀ ਆਜ਼ਾਦੀ ਦਾ ਆਨੰਦ ਮਾਣੇ, ਨਹੀਂ ਹੋ ਸਕਦਾ। ਉਹਦੇ ਪੰਖ ਤਾਂ ਹਨ, ਖੰਭ ਤਾਂ ਹਨ, ਪਰ ਉਹਨੂੰ ਪਾਇਆ ਪਿੰਜਰੇ 'ਚ ਗਿਆ। ਪੈਰ ਤਾਂ ਹਨ, ਪਰ ਉਹਨੂੰ ਬੇੜੀਆਂ ਪਈਆਂ ਹੋਈਆਂ ਨੇ। ਇਸੇ ਤਰ੍ਹਾਂ ਸਾਡੇ ਕੋਲ ਸੁਰਤ ਤੇ ਹੈ, ਪਰ ਸੁਰਤ ਨੂੰ ਬੇੜੀਆਂ ਨੇ। ਸੁਰਤ ਕਬੀਰ ਜੀ ਕੋਲ ਵੀ ਉਹੋ ਜਿਹੀ ਹੈ, ਸਾਡੇ ਕੋਲ ਵੀ ਹੈ। ਪਰਮੇਸ਼ਰ ਨੇ ਸੁਰਤੀ ਦੀ ਦਾਤ ਸੰਸਾਰ ਦੇ ਹਰ ਪ੍ਰਾਣੀ ਮਾਤਰ ਮਨੁੱਖ ਨੂੰ ਦਿੱਤੀ ਹੈ, ਪਰ ਜਿਨ੍ਹਾਂ ਦੀ ਸੁਰਤ ਮਾਇਆਵੀ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ ਆਜ਼ਾਦ ਹੈ, ਉਹ ਖੁੱਲ੍ਹੇ ਅਧਿਆਤਮਕ ਸੰਸਾਰ ਦੀਆਂ ਆਜ਼ਾਦੀਆਂ ਨੂੰ ਮਾਣਦੇ ਨੇ, ਉਡਾਰੀਆਂ ਨੂੰ ਮਾਣਦੇ ਨੇ। ਪਰ ਸੁਰਤ ਸਾਡੇ ਕੋਲ ਵੀ ਹੈ, ਪਰ ਬੱਝੀ ਹੋਈ ਹੈ। ਪੱਗੋਂ ਪਰੀ ਬੇਰੀ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜ਼ੀਰ। ਅਸੀਂ ਗੁਲਾਮ ਹਾਂ, ਅਸੀਂ ਪਿੰਜਰਿਆਂ 'ਚ ਪਏ ਹੋਏ ਹਾਂ, ਵਿਕਾਰਾਂ ਦੇ, ਅਵਗੁਣਾਂ ਦੇ, ਮਾਇਆਵੀ ਬੰਧਨਾਂ ਦੇ, ਵਿਸ਼ਿਆਂ ਦੇ। ਇਹਨੂੰ ਸਤਿਗੁਰੂ ਆਖਦੇ ਨੇ ਵੀ ਤੇਰੇ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਨੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਜਨ ਕਹਿ ਪੁਕਾਰ,
ਸੁਪਨੇ ਜੋ ਜਗ ਪਸਾਰੇ ਤੋਂ ਪਹਿਲੇ ਸ਼ਬਦ ਵਿੱਚ ਵੀ ਮਹਾਰਾਜ ਨੇ ਪੁਕਾਰ ਸ਼ਬਦ ਦੀ ਵਰਤੋਂ ਕੀਤੀ ਸੀ। ਆਪਾਂ ਵਿਚਾਰਿਆ ਉਸ ਸ਼ਬਦ ਨੂੰ। ਪੁਕਾਰ ਦਾ ਮਤਲਬ ਹੁੰਦਾ ਉੱਚੀ ਆਵਾਜ਼ਾਂ ਦੇ ਕੇ ਕਿਸੇ ਨੂੰ ਸੁਚੇਤ ਕਰਨਾ, ਅਵੇਅਰ ਕਰਨਾ। ਮਹਾਰਾਜ ਆਖਦੇ ਨੇ ਮੈਂ ਪੁਕਾਰ ਕੇ ਕਹਿੰਦਾ ਹਾਂ। ਕੀ ਆਖਦਾ ਹਾਂ? ਸੁਚੇਤ ਕਰਦਾ ਹਾਂ ਤੈਨੂੰ, ਅਵੇਅਰ ਕਰਦਾ ਹਾਂ ਤੈਨੂੰ। ਸੁਪਨੇ ਜਿਉਂ ਜਗ ਪਸਾਰੇ, ਜਗਤ ਦਾ ਪਸਾਰਾ ਸੁਪਨੇ ਦੀ ਨਿਆਈ ਹੈ। ਸੁਪਨੇ ਦੀ ਆਪਣੀ ਵਾਸਤਵਿਕਤਾ, ਯਥਾਰਥ, ਸੁਪਨੇ ਦੀ ਔਧ, ਸੁਪਨੇ ਦੀ ਉਮਰ ਨੀਂਦ ਨਾਲ ਜੁੜੀ ਹੋਈ ਹੈ। ਸਤਿਗੁਰੂ ਆਖਦੇ ਇਸੇ ਤਰ੍ਹਾਂ ਜਦੋਂ ਨੀਂਦ ਟੁੱਟ ਜਾਂਦੀ ਹੈ, ਬੰਦਾ ਜਾਗ ਜਾਂਦਾ ਹੈ, ਸੁਪਨਾ ਵੀ ਖਤਮ ਹੋ ਜਾਂਦਾ ਹੈ। ਤੇ ਜਗਤ ਦਾ ਪਸਾਰਾ ਸੁਪਨੇ ਦੀ ਨਿਆਈ ਸਮਝ। ਸਿਮਰਤ ਨਹਿ ਕਿਉ ਮੁਰਾਰ। ਜਦੋਂ ਹੈ ਸਵਪਨ ਦੀ ਨਿਆਈ, ਸੁਪਨੇ ਦੀ ਨਿਆਈ, ਤਾਂ ਮਹਾਰਾਜ ਕਹਿੰਦੇ ਨੇ ਫਿਰ ਤੂੰ ਮੁਰਾਰ, ਮੁਰ ਆਰ। ਆਰ ਦੁਸ਼ਮਣ ਨੂੰ ਕਹਿੰਦੇ ਨੇ। ਮੁਰ ਇੱਕ ਰਾਖਸ਼ ਦਾ ਨਾਂ। ਭਾਰਤੀ ਸੰਸਕ੍ਰਿਤੀ ਵਿੱਚ ਮੁਰਾਰ ਸ਼ਬਦ ਕ੍ਰਿਸ਼ਨ ਲਈ ਵਰਤਿਆ ਜਾਂਦਾ, ਉਹਨੂੰ ਮੁਰਾਰੀ ਵੀ ਕਹਿ ਦਿੰਦੇ। ਗੁਰਬਾਣੀ ਨੇ ਉਹ ਸਾਰੀ ਸ਼ਬਦਾਵਲੀ ਤਾਂ ਪਿਕ ਕੀਤੀ ਹੈ, ਉਹਨੂੰ ਯੂਜ਼ ਕੀਤਾ, ਉਹਨੂੰ ਵਰਤਿਆ ਹੈ, ਪਰ ਸਤਿਗੁਰੂ ਮਹਾਰਾਜ ਇੱਥੇ ਮੁਰਾਰ ਕਿਸੇ ਕ੍ਰਿਸ਼ਨ ਨੂੰ ਨਹੀਂ ਕਹਿੰਦੇ। ਇੱਥੇ ਮੁਰਾਰ ਪਰਮੇਸ਼ਰ ਨੂੰ ਕਹਿੰਦੇ ਨੇ। ਸਾਡੇ ਸਾਰਿਆਂ ਅੰਦਰ ਇੱਕ ਇੱਕ ਰਾਖਸ਼ ਹੈ, ਜਿਸ ਦਾ ਘਾਤ ਕੇਵਲ ਉਹਦੀ ਯਾਦ ਕਰ ਸਕਦੀ ਹੈ। ਉਹ ਰਾਖਸ਼ ਹੈ ਨੈਗੇਟਿਵਿਟੀ, ਪਾਪ, ਅਵਗੁਣ, ਮੰਦੀ ਵਾਸ਼ਨਾ। ਅਸੀਂ ਇਸ ਰਾਖਸ਼ ਬਿਰਤੀ ਨੂੰ ਅੰਦਰ ਲੈ ਕੇ ਚੱਲਦੇ ਹਾਂ। ਤੋ ਸਤਿਗੁਰੂ ਆਖਦੇ ਨੇ ਉਹ ਪਰਮੇਸ਼ਰ ਦਾ ਨਾਮ ਹੀ ਤੇਰੇ ਅੰਦਰ ਦੇ ਜ਼ਹਿਰ ਨੂੰ ਠੱਲ ਪਾਉਣ ਵਾਲਾ ਹੈ, ਤੇਰੇ ਅੰਦਰ ਦੇ ਸ਼ੈਤਾਨ ਨੂੰ ਕਾਬੂ ਕਰਨ ਵਾਲਾ ਹੈ। ਇਸ ਕਰਕੇ ਸਿਮਰਤ ਨੇ ਕਿਉਂ ਮੁਰਾਰ, ਐਸੇ ਪਰਮੇਸ਼ਰ ਨੂੰ ਤੂੰ ਕਿਉਂ ਨਹੀਂ ਸਿਮਰਦਾ, ਯਾਦ ਕਰਦਾ। ਮਾਇਆ ਜਾ ਕੀ ਚੇਰੀ, ਇਹ ਮਾਇਆ ਜਿਸ ਦੀ ਦਾਸੀ ਹੈ। ਯਾਨੀ ਕਿ ਸਮੁੱਚਾ ਪ੍ਰਕਿਰਤਕ ਪਸਾਰਾ, ਕੁਦਰਤੀ ਪਸਾਰਾ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਬੱਝਾ ਹੋਇਆ। ਚੇਰੀ ਕਿਹਨੂੰ ਕਹਿੰਦੇ ਨੇ? ਦਾਸੀ ਨੂੰ। ਦਾਸ ਜਾਂ ਦਾਸੀ ਦਾ ਕਰਮ ਕੀ ਹੁੰਦਾ? ਆਪਣੇ ਮਾਲਕ ਦਾ ਹੁਕਮ ਮੰਨਣਾ। ਨੌਕਰ ਮਾਲਕ ਦਾ ਹੁਕਮ ਹੀ ਮੰਨਦਾ ਹੈ ਨਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਮੁੱਚਾ ਪਸਾਰਾ ਜਿਹੜਾ ਹੈ ਇਹ ਹੁਕਮ ਵਿੱਚ ਹੈ, ਹੁਕਮ ਦਾ ਗੁਲਾਮ ਹੈ, ਇਹ ਉਹਦੀ ਤਾਬਿਆਦਾਰੀ ਕਰਦਾ ਹੈ। ਇਸ ਵਾਸਤੇ ਇਸ ਨੂੰ ਸਮਝ ਪਈ, ਜੇ ਸਾਰਾ ਪ੍ਰਕਿਰਤਕ ਪਸਾਰਾ ਹੁਕਮ ਵਿੱਚ ਹੈ ਤੇ ਤੂੰ ਇਸ ਹੁਕਮ ਦੀ ਅਦੁੱਲੀ ਕਿਉਂ ਕਰਦਾ? ਤੂੰ ਵੀ ਤਾਂ ਇਸ ਪਸਾਰੇ ਦਾ ਹੀ ਹਿੱਸਾ ਹੈ ਨਾ। ਸਾਹਿਬ ਸਤਿਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਮਹਾਰਾਜ ਦੇ ਇਹ ਪਾਵਨ ਵਾਕ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਦਾ ਹਿੱਸਾ ਬਣਨ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।